सतनाम श्री वाहिगुरु साहिब जीओ। हर जीओ कृपा करो तुम प्यारे। सतगुरु दाता मेल मिलावहु, हर नाम देवहु आधारे। किन्ही बनजया कांसी तांबा, किन्ही लौंग सुपारी। संतो बनजया नाम गोविंद का, ऐसी खेप हमारी। ऐसी खेप हमारी। जुगो जुग अटल चवर छत्र तखत दे मालक, दसां पातशाहियां दी जोत। हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी। गुरु सवारी गुरु के साजी साज के निवाजी। गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों के नाल मन विरतियां कागर करके जुड़ करके बैठने की कृपालता करिए। समय और सवासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करड़ा करिए। आप संगत ने जो हुण तक लड़ीवार शब्द विचार कथा गुरबाणी सरवण करना कीती है, वो विचार इत्थों तक सी कि जिस वेले सतगुरु गुरु गोबिंद सिंह महाराज दसम पातशाह कलगीधर गुरु साहिब जी इधर सतगुरु जी चितौड़गढ़ तो हुंदे होए अगे पड़ाव करदे सतगुरु जी इत्थे हुण एक तापती नदी दे किनारे पहुंचे ने, जिहड़ी कि सूरज दी पुत्री कहा जांदा उसदी इस्त्री छाया तो ये प्राप्त हुई है। ये कहते सतपुड़ा पहाड़ां विचों निकल के अरब समुद्र विच जाके मिलदी है। सारा पिंडा लंघ के भारी दल हुण इस नदी ते पहुंचिया, तापती नदी ते इस दे किनारे पहुंच गए ने। बहादुर शाह ने उस नदी दे किनारे डेरा कीता। उस नदी दे सुंदर बेअंत विलखण अजब नजारे निर्मल जल नूं वेखना कीता। उत्थे बहुत चकबे चकबियां ते वड्डियां बतकां हुंदियां सन। पंछियां दे बोलण नाल सारा किनारा चहक रिहा सी। नदी विच कूरम मच्छियां ते होर जल बहुत सी। सुंदर देश जिथे सुखी सुखी वसदा है। हुण सतगुरु गुरु गोबिंद सिंह महाराज दसम पातशाह सतगुरु जी इत्थे पहुंचे ने, नाल ही बहादुर शाह। सतगुरु गुरु गोबिंद सिंह महाराज जी उत्थे चल के गए। बुरहानपुर वेख के उन्हां उत्थे उतारा कीता। ये नगर ये स्थान प्राप्त होया बुरहानपुर। उथों दी संगत ने जिस वेले सतगुरु गुरु गोबिंद सिंह महाराज दे प्रति सुनिया कि सतगुरु जी
इधर चल के आए ने। ਤੇ ਉਹਨਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਦੇ ਵਿੱਚ, ਭਾਵਨਾ ਸ਼ਰਧਾ ਦੇ ਵਿੱਚ ਵੱਜੇ ਹੋਇਆ ਨੇ। ਸਤਿਗੁਰੂ ਜੀ ਦਾ ਸਤਿਕਾਰ ਕੀਤਾ। ਆਓ ਭਗਤ ਜੀ ਆਇਆਂ ਨੂੰ ਆਖਿਆ, ਜਲ ਪਾਣੀ ਪ੍ਰਸ਼ਾਦਾ ਪਾਣੀ ਛਕਾਉਣਾ ਕੀਤਾ। ਜਿੰਨੀ ਕੁ ਉਹਨਾਂ ਵਿੱਚ ਪਹੁੰਚ ਸੀ ਉਹਦੇ ਮੁਤਾਬਕ ਉਹਨਾਂ ਨੇ ਸੇਵਾ ਕੀਤੀ। ਉਥੋਂ ਦੀ ਸੰਗਤ ਨੇ ਇੱਕ ਘਰ ਦੀ ਸਫਾਈ ਕੀਤੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉੱਥੇ ਉਤਾਰਾ ਕਰਵਾ ਦਿੱਤਾ ਗਿਆ। ਮਨੋਰਥ ਧਾਰਨ ਕੀਤਾ। ਇਸ ਘਰ ਦੇ ਵਿੱਚ ਗੁਰੂ ਜੀ ਨੂੰ ਬਿਰਾਜਮਾਨ ਕੀਤਾ। ਫਿਰ ਕਹਿੰਦੇ ਸਾਰੀ ਸੰਗਤ ਦਰਸ਼ਨਾਂ ਨੂੰ ਪ੍ਰਾਪਤ ਹੋਈ। 1 ਸਾਲ ਪਹਿਲਾਂ ਇਹ ਘਰ ਬਣਾਏ ਸਨ ਉੱਥੇ ਜਿੱਥੇ ਸਤਿਗੁਰੂ ਜੀ ਨੂੰ ਬਿਰਾਜਮਾਨ ਕੀਤਾ। ਉਸ ਸਮੇਂ ਕਾਮਨਾ ਕੀਤੀ ਸੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰਨ, ਇੱਧਰ ਚੱਲ ਕੇ ਪਵਿੱਤਰ ਚਰਨ ਪਾਉਣ, ਇੱਥੇ ਇਸ ਘਰ ਨੂੰ, ਇਸ ਅਸਥਾਨ ਨੂੰ ਪਵਿੱਤਰ ਕਰਨ। ਹੁਣ ਸਤਿਗੁਰੂ ਜੀ ਇੱਥੇ ਆ ਕੇ ਠਹਿਰਨਗੇ। ਉਹਨਾਂ ਦੀ ਮਨ ਵਿੱਚ ਵਿਚਾਰ ਸੀ। ਸੰਗਤ ਦੀ ਅਭਿਲਾਸ਼ਾ ਪੂਰੀ ਕਰਨ ਵਾਸਤੇ ਗੁਰੂ ਜੀ ਸਾਰਾ ਪਿੰਡਾ ਲੰਘ ਕੇ ਉੱਥੇ ਪਹੁੰਚੇ ਨੇ। ਸੰਗਤ ਦੇ ਮੁਖੀ ਸਿੱਖ ਚੱਲ ਕੇ ਸਤਿਗੁਰੂ ਜੀ ਦੇ ਕੋਲ ਆ ਗਏ। ਹੁਣ ਗੁਰੂ ਜੀ ਦੀ ਅਗਵਾਈ ਕਰਕੇ ਨਾਲ ਲੈ ਕੇ ਚਲੇ ਗਏ ਨੇ ਤੇ ਹੱਥ ਜੋੜ ਕੇ ਗੁਰੂ ਜੀ ਦਾ ਉੱਥੇ ਉਤਾਰਾ ਕਰਵਾ ਦਿੱਤਾ ਗਿਆ, ਡੇਰਾ ਕਰਵਾ ਦਿੱਤਾ ਗਿਆ। ਫਿਰ ਸੰਗਤ ਨੇ ਆ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪ੍ਰਾਪਤ ਕੀਤੇ ਨੇ। ਉਹ ਅਨੇਕਾਂ ਉਪਹਾਰ ਅੱਗੇ ਅਰਪਣ ਕਰਦੇ ਨੇ। ਧਨ ਗਹਿਣੇ ਅਤੇ ਕੱਪੜੇ ਵੱਡ ਮੁੱਲੇ, ਬੇਅੰਤ ਬਹੁ ਮੁੱਲੇ ਅੱਗੇ ਵਸਤਾਂ ਧਰਦੇ ਨੇ। ਫਿਰ ਬਹੁਤ ਪਕਵਾਨ ਅਤੇ ਕੜਾਹ ਪ੍ਰਸ਼ਾਦ ਲਿਆਉਣਾ ਕੀਤਾ। ਅਰਦਾਸ ਕਰਕੇ ਸਭ ਦੇ ਵਿੱਚ ਵਰਤਾ ਦਿੱਤਾ ਗਿਆ। ਲੰਗਰ ਵਾਸਤੇ ਚਾਵਲ, ਆਟਾ, ਜੋ ਵੀ ਰਸਤ ਵਸਤ ਚਾਹੀਦੀ ਸੀ, ਘਿਓ ਵਗੈਰਾ, ਮਿੱਠਾ ਆਦਿ ਵਗੈਰਾ ਸਭ ਕੁਝ ਲੈ ਕੇ ਆਏ। ਹੁਣ ਭਾਂਤ ਭਾਂਤ ਵਿਧੀਆਂ ਨਾਲ ਗੁਰੂ ਜੀ ਦੀ ਸੇਵਾ ਪਏ ਕਰਦੇ ਨੇ ਤੇ ਸਤਿਗੁਰੂ ਜੀ ਨੂੰ ਭਲੀ ਪ੍ਰਕਾਰ ਪ੍ਰਸੰਨ ਕਰਨਾ ਚਾਹੁੰਦੇ ਨੇ। ਤੇ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਸਾਰਿਆਂ ਉੱਪਰ ਆਪਣੀ ਖੁਸ਼ੀ ਪ੍ਰਦਾਨ ਕੀਤੀ। ਸਾਰੇ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਨਾ ਕੀਤੀਆਂ ਨੇ। ਹੁਣ ਸਤਿਗੁਰੂ ਜੀ ਨੂੰ ਹੋਰ ਕੀ ਚਾਹੀਦਾ? ਭਾਵ ਇਹੀ ਚਾਹੀਦਾ ਕਿ ਕੋਈ ਵੀ ਗੁਰੂ ਦਾ ਪਿਆਰਾ, ਕੋਈ ਵੀ ਸਤਿਗੁਰ ਦਾ ਸਿੱਖ ਸਤਿਗੁਰ ਦੇ ਪ੍ਰਤੀ ਭਾਵਨਾ ਰੱਖਦਾ ਹੋਵੇ, ਸ਼ਰਧਾ ਰੱਖਦਾ ਹੋਵੇ, ਪ੍ਰੇਮ ਰੱਖਦਾ ਹੋਵੇ, ਸਤਿਗੁਰੂ ਜੀ ਦੇ ਵਿੱਚ ਹੀ ਖੁਸ਼ ਹੋ ਜਾਂਦੇ ਨੇ, ਆਨੰਦਿਤ ਹੋ ਜਾਂਦੇ ਨੇ। ਤੇ ਸਤਿਗੁਰੂ ਜੀ ਨੂੰ ਕੁਝ ਹੋਰ ਨਹੀਂ ਚਾਹੀਦਾ। 36 ਪ੍ਰਕਾਰ ਦੇ ਭੋਜਨ ਨਹੀਂ ਚਾਹੀਦੇ, ਭਾਂਤ ਭਾਂਤ ਦੇ ਪਕਵਾਨ ਨਹੀਂ ਚਾਹੀਦੇ। ਸਤਿਗੁਰੂ ਜੀ ਕੇਵਲ ਭਾਵਨਾ ਦੇ ਭੁੱਖੇ ਨੇ। ਜਿਵੇਂ ਗੁਰਬਾਣੀ ਕਹਿੰਦੀ, ਗੋਬਿੰਦ ਭਾਉ ਭਗਤ ਕਾ ਭੁੱਖਾ। ਸਤਿਗੁਰੂ ਜੀ ਦੇ ਪਿਆਰ ਦੇ ਭੁੱਖੇ ਨੇ। ਜਿਹੜਾ ਮਨੁੱਖ ਪਿਆਰ ਦੀ ਭਾਵਨਾ ਦੇ ਨਾਲ ਸਤਿਗੁਰ ਦੇ ਸਨਮੁਖ ਆਵੇਗਾ, ਪਿਆਰ ਦੀ ਵਿਚਾਰ ਦੇ ਅੰਦਰ ਆਵੇਗਾ, ਤੇ ਸਤਿਗੁਰੂ ਜੀ ਉਸੇ ਮਨੁੱਖ ਦੇ, ਉਸੇ ਸੇਵਕ ਦੇ ਬਣ ਕੇ ਰਹਿ ਜਾਣਗੇ। ਕਦੇ ਪਿਆਰ ਦੀ ਭਾਵਨਾ ਦੇ ਨਾਲ, ਅੰਦਰਲੀ ਸ਼ਰਧਾ ਦੇ ਨਾਲ ਸਤਿਗੁਰ ਦੇ ਪ੍ਰਤੀ ਜਾ ਕੇ ਵੇਖੀਏ, ਤੱਕ ਕੇ ਵੇਖੀਏ, ਸਤਿਗੁਰ ਦੇ ਚਰਨਾਂ ਤੇ ਢਹਿ ਕੇ ਵੇਖੀਏ, ਫੇਰ ਆਨੰਦ ਹੁੰਦਾ, ਫੇਰ ਪਤਾ ਲੱਗਦਾ। ਹੁਣ ਸਤਿਗੁਰੂ ਜੀ ਇੱਥੇ ਤਾਪਤੀ ਨਦੀ ਦੇ ਕਿਨਾਰੇ ਡੇਰਾ ਲਾ ਕੇ ਬਿਰਾਜਮਾਨ ਹੈ। ਉੱਥੇ ਸਤਿਗੁਰੂ ਜੀ ਨੇ ਇੱਕ ਸੁੰਦਰ ਉੱਚਾ ਦਮਦਮਾ ਵੇਖਿਆ। ਉੱਥੇ ਰਹਿ ਕੇ ਸਤਿਗੁਰੂ ਜੀ ਨੇ ਰਾਤ ਬਤੀਤ ਕੀਤੀ ਤੇ ਪ੍ਰਾਤ ਸਮੇਂ ਉੱਠ ਕੇ ਸੂਰਜ ਇਸ਼ਨਾਨ ਕੀਤਾ। ਇਸ ਵਿਧੀ ਨਾਲ ਵਸਤਰਾਂ ਸਾਤਰਾਂ ਵਿੱਚ ਸੱਜ ਕੇ ਹੀਰੇ ਜਵਾਹਰਾਤ ਨਾਲ ਜੜੇ ਹੋਏ ਜੇਵਰ ਗੁਰੂ ਜੀ ਦੀ ਸੋਭਾ ਵਧਾ ਰਹੇ ਸਨ। ਜਾਏ ਕਹਿ ਲੋ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਦੇ ਨਾਲ ਜਦੋਂ ਤਨ ਦੇ ਉੱਤੇ ਸਤਿਗੁਰ ਦੇ ਗਹਿਣੇ ਸਜਾ ਦਿੱਤੇ ਜਾਂਦੇ ਸਨ, ਉਹ ਗਹਿਣੇ ਹੋਰ ਦੂਣੀ ਚੂਣੀ ਸੋਭਾ ਪ੍ਰਾਪਤ ਕਰਦੇ ਸਨ।
ਚਾਰੇ ਪਾਸੇ ਖਾਲਸੇ ਦੀ ਸਭਾ ਲੱਗੀ ਸੀ। ਹਜ਼ਾਰਾਂ ਇਸਤਰੀ ਪੁਰਸ਼ ਆ ਕੇ ਮਿਲੇ, ਦਰਸ਼ਨ ਕਰਕੇ ਬਲਿਹਾਰ ਜਾਂਦੇ ਸਨ। ਤੇ ਸਤਿਗੁਰੂ ਜੀ ਦੀ ਉਸ ਵਕਤ ਖੁਸ਼ਕਾਰੀ ਸੁੰਦਰ ਬਚਨ ਵਿਚਾਰ ਪ੍ਰਾਪਤ ਕਰਦੇ ਸਨ। ਇਸ ਪ੍ਰਕਾਰ ਕਈ ਦਿਨ ਬਤੀਤ ਹੋ ਗਏ। ਉਸ ਦੇਸ਼ ਨੂੰ ਬਹੁਤ ਸੁੰਦਰ ਵੇਖ ਕੇ ਗੁਰੂ ਜੀ ਉੱਥੇ ਵਿਰਾਜਮਾਨ ਰਹੇ। ਉੱਥੇ ਬੌਲੀਆਂ, ਖੋਹ ਅਤੇ ਭਾਰੀ ਦਰਖਤ ਸਨ। ਸਤਿਗੁਰੂ ਜੀ ਸੂਰਜ ਦੀ ਪੁੱਤਰੀ ਤਾਪਤੀ ਦੇ ਕਿਨਾਰੇ ਵਿਰਾਜਮਾਨ ਸਨ। ਏਦਾਂ ਦੇ ਕੌਤਕ ਪਏ ਕਰਦੇ। ਘੋੜੇ ਉੱਪਰ ਚੜ ਕੇ ਇੱਕ ਸਮਾਨ ਧਰਤੀ ਉੱਪਰ ਵਿਚਰਦੇ ਸਨ। ਹਰੇ ਹਰੇ ਘਾਹ ਨਾਲ ਸ਼ੋਭਾ ਰਮਣੀਕ ਹੋ ਰਹੀ ਸੀ। ਬਹਾਦਰ ਸ਼ਾਹ ਉਦੋਂ ਕਹਿੰਦੇ ਸਵਾਰ ਹੋ ਕੇ ਅੱਗੇ ਚਲਾ ਗਿਆ। ਉਹ ਦੇਸ਼ਾਂ ਦੀ ਇਦਾਂ ਸੈਰ ਕਰਦਾ ਕਰਦਾ ਦੇਸ਼ਾਂ ਨੂੰ ਈਨ ਮਨਵਾ ਰਿਹਾ ਸੀ। ਇਹ ਯਾਦ ਕਰਵਾ ਰਿਹਾ ਸੀ ਕਿ ਮੈਂ ਸਮੇਂ ਦਾ ਰਾਜਾ, ਦਿੱਲੀ ਤਖਤ ਦਾ ਮੈਂ ਵਿਰਾਜਮਾਨ ਹਾਂ। ਹੁਣ ਮੈਂ ਹੀ ਕਰਦਾ ਧਰਦਾ। ਕਈ ਦਿਨ ਸਤਿਗੁਰੂ ਜੀ ਉੱਥੇ ਰਹੇ। ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਜੀ ਦਾ ਜਸ ਕਿੰਨਾ ਕੁ ਵਰਣਨ ਕਰਕੇ ਕਹੀਏ। ਭਾਵ ਕਿ ਇਸ ਮਾਸ ਦੀ ਜੀਵਾ ਦੇ ਟੁਕੜੇ ਤੋਂ ਸਤਿਗੁਰ ਦੀ ਜਿਹੜੀ ਵਡਿਆਈ ਹੈ, ਸੋਭਾ, ਉਸ ਤੋਂ ਵਰਣਨ ਨਹੀਂ ਕੀਤੀ ਜਾ ਸਕਦੀ। ਕਿਉਂਕਿ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਹੈ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣ ਨਾ ਸਾਕੂ, ਤੂੰ ਠਾਕੁਰੂ ਚ ਭਗਵਾਨਾ। ਐ ਸਤਿਗੁਰੂ ਜੀ, ਤੇਰੀ ਕਿਹੜੀ ਕਿਹੜੀ ਮਹਿਮਾ ਨੂੰ ਵਿਖਿਆਨ ਕਰੀਏ, ਕਿਹੜੇ ਕਿਹੜੇ ਗੁਣਾਂ ਨੂੰ ਅਸੀਂ ਯਾਦ ਕਰੀਏ, ਉਹਨਾਂ ਨੂੰ ਵਿਖਿਆਨ ਕਰੀਏ। ਭਾਵ ਤੇਰੇ ਗੁਣ ਤੇ ਬਹੁਤ ਹੈ, ਜੇ ਕੱਦਾ ਹੋਵੇ ਤੇ ਕਹੀਏ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਸਤਿਗੁਰ ਦੇ ਗੁਣ ਬਹੁਤ ਹੈ। ਸੰਸਾਰ ਦੇ ਅੰਦਰ ਮਨੁੱਖ ਵਿਖਿਆਨ ਕਰਦਾ ਕਰਦਾ ਥੱਕ ਜਾਵੇਗਾ, ਪਰ ਸਤਿਗੁਰ ਦੇ ਗੁਣ ਵਿਖਿਆਨ ਨਹੀਂ ਕੀਤੇ ਜਾ ਸਕਦੇ। ਹੁਣ ਬਹਾਦਰ ਸ਼ਾਹ ਚੜ੍ਹਾਈ ਕਰਕੇ ਦੱਖਣ ਦੇਸ਼ ਵੱਲ ਚਲਾ ਗਿਆ, ਜਿੱਥੇ ਔਰੰਗਜ਼ੇਬ ਬਾਦਸ਼ਾਹ ਨੇ ਜੰਗ ਕਰਕੇ ਬਹੁਤ ਧਨੀ ਦੇਸ਼ ਲੈ ਗਿਆ ਸੀ, ਪ੍ਰਾਪਤ ਕਰ ਗਿਆ ਸੀ, ਜਿੱਤ ਗਿਆ ਸੀ। ਹੁਣ ਸਿੱਖਾਂ ਦਾ ਬਹੁਤ ਪਿਆਰ ਵੇਖ ਕੇ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਰੱਖਣ ਵਾਸਤੇ ਬਹੁਤ ਵਾਰ ਬੇਨਤੀ ਕੀਤੀ, ਅਰਜ਼ ਕੀਤੀ, ਸਤਿਗੁਰੂ ਜੀ ਹੁਣ ਤੁਸੀਂ ਇੱਥੇ ਕਾਫੀ ਸਮਾਂ ਬਤੀਤ ਕਰੋ, ਸਾਡੇ ਨਗਰ ਇਸ ਬੁਰਹਾਨਪੁਰ ਨਗਰ ਵਿਖੇ ਕਾਫੀ ਸਮਾਂ ਬਤੀਤ ਕਰੋ, ਆਪ ਦੀ ਕਿਰਪਾ ਰਹਿਮਤ ਕਰੋ। ਅਸੀਂ ਤੇ ਜੇ ਮਨ ਦੇ ਵਿੱਚ ਭਾਵਨਾ ਲੈ ਕੇ, ਸ਼ਰਧਾ ਲੈ ਕੇ, ਪਿਆਰ ਲੈ ਕੇ ਬੈਠੇ ਹਾਂ। ਸਤਿਗੁਰੂ ਜੀ ਤੁਹਾਡੇ ਦਰਸ਼ਨ ਕਰਕੇ ਮਨ ਨੂੰ ਤ੍ਰਿਪਤੀ ਨਹੀਂ ਹੋਈ, ਹਜੇ ਮਨ ਰਜਿਆ ਨਹੀਂ। ਸਤਿਗੁਰੂ ਜੀ ਤੁਸੀਂ ਪਹਿਲੇ ਹੀ ਤੁਰ ਪਏ, ਚੱਲ ਪਏ। ਸਤਿਗੁਰੂ ਜੀ ਦੇ ਸਨਮੁਖ ਇਹਨਾਂ ਸਿੱਖਾਂ ਨੇ ਬੇਨਤੀ ਕੀਤੀ। ਹੁਣ ਸਤਿਗੁਰੂ ਜੀ ਉਹਨਾਂ ਦੀ ਬੇਨਤੀ ਸੁਣ ਕੇ ਸਾਰੀਆਂ ਗਿਣਤੀਆਂ ਮਿਣਤੀਆਂ ਵਿਚਾਰਾਂ ਕਰਨ ਲੱਗੇ ਨੇ। ਇਹ ਜਦੋਂ ਸਤਿਗੁਰ ਨੇ ਆਖਰ ਵਿਚਾਰ ਕੀਤੀ, ਬੁਰਹਾਨਪੁਰ ਵਿੱਚ ਸਤਿਗੁਰੂ ਜੀ ਥੋੜਾ ਸਮਾਂ ਹੋਰ ਠਹਿਰ ਗਏ, ਕਿਉਂਕਿ ਪਿਆਰ ਦੇ ਵਿੱਚ ਬੱਝੇ ਹੋਏ ਨੇ। ਉਹ ਦਿਨ ਪ੍ਰਤੀ ਦਿਨ ਬਹੁਤ ਸੇਵਾ ਪਏ ਕਰਦੇ, ਸਤਿਗੁਰੂ ਦੀ ਸੇਵਕ ਬਣ ਕੇ 2 ਵਾਰ ਜਾ ਕੇ ਦਰਸ਼ਨ ਕਰਦੇ ਸਨ। ਇੱਕ ਸਾਧੂ ਦੀ ਬਹੁਤ ਵੱਡੀ ਉਮਰ ਸੀ, ਉਹ ਨਗਰ ਵਿੱਚ ਗਿਆਨ ਸਹਿਤ ਰਹਿੰਦਾ ਸੀ। ਉਸਨੇ ਕਹਿੰਦੇ ਜਦ ਗੁਰੂ ਜੀ ਦੇ ਆਉਣ ਬਾਰੇ ਸੁਣਿਆ, ਜਿਵੇਂ ਕਿਸੇ ਨੇ ਉਸ ਨੂੰ ਅੰਮ੍ਰਿਤ ਲਿਆ ਕੇ 2 ਜਿਹੜੀਆਂ ਬੂੰਦਾਂ ਕੰਨਾਂ ਵਿੱਚ ਪਾ ਦਿੱਤੀਆਂ, ਹੁਣ ਤੇ ਅੰਮ੍ਰਿਤ ਦਾ ਰਸ ਕੰਨਾਂ ਵਿੱਚ ਘੁਲ ਗਿਆ ਹੋਵੇ, ਇਦਾਂ ਕਰਕੇ ਉਹਨੂੰ ਆਵਾਜ਼ ਸੁਣੀ ਤੇ ਉਹ ਗੱਲਬਾਤ ਪ੍ਰਾਪਤ ਹੋਈ। ਉਹ ਤੁਰੰਤ ਉੱਠ ਕੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਗਿਆ। ਮਨ ਵਿੱਚ ਚਾਉ ਪ੍ਰਾਪਤ ਹੋ ਗਿਆ ਕਿ ਮੈਂ ਵੀ ਸਤਿਗੁਰੂ ਦੇ ਦਰਸ਼ਨ ਕਰ ਲਾਂ, ਕਿਉਂਕਿ ਸੰਸਾਰ ਦੇ ਵਿੱਚ ਕੋਈ ਪਤਾ ਨਹੀਂ ਕਦੋਂ ਕਿਸੇ ਵੇਲੇ ਕਿਸੇ ਮਨੁੱਖ ਦੇ ਨਾਲ ਕੀ ਭਾਵੀ ਵਰਤੇਗੀ, ਕੋਈ ਪਤਾ ਨਹੀਂ।
ਉਹ ਮਨਾ ਕੋਈ ਪਤਾ ਨਹੀਂ ਕਦੋਂ ਕਿਦਾਂ ਦਾ ਸਮਾਂ ਪ੍ਰਾਪਤ ਹੋਵੇ, ਕੀ ਬਣੇ, ਕਿਸ ਵੇਲੇ ਕਿਦਾਂ ਦੀ ਵਿਚਾਰ ਪ੍ਰਾਪਤ ਹੋਵੇ, ਤੇ ਤੂੰ ਸਤਿਗੁਰ ਦਾ ਸੇਵਕ ਬਣ ਕੇ, ਪ੍ਰੇਮੀ ਬਣ ਕੇ ਸਤਿਗੁਰ ਦੇ ਚਰਨਾਂ ਤੇ ਢਹਿ ਪਾ, ਸਤਿਗੁਰ ਦੀ ਪ੍ਰਾਪਤੀ ਕਰ ਲੈ, ਕੋਈ ਪਤਾ ਨਹੀਂ ਕਦੋਂ ਕੀ ਹੋਵੇ। ਇਸ ਕਰਕੇ ਉਹ ਸਾਧੂ ਨੇ ਮਨ ਨੂੰ ਪ੍ਰੇਰਿਤ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਦੀ ਵਿਚਾਰ ਪ੍ਰਾਪਤ ਕੀਤੀ ਹੈ, ਕਿਉਂਕਿ ਸਤਿਗੁਰ ਦੇ ਦਰਸ਼ਨ ਦੁਰਲਭ ਨੇ, ਗੁਰੂ ਦੀ ਸੇਵਾ ਦੁਰਲਭ ਹੈ, ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕਰਨ ਲਈ ਭਾਗਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ। ਜਿਹਦੇ ਉੱਤਮ ਭਾਗ ਨੇ, ਚੰਗੇ ਕਰਮ ਨੇ, ਉਹੀ ਸਤਿਗੁਰ ਦੀ ਸੇਵਾ ਕਰ ਸਕਦਾ, ਉਹੀ ਮਨੁੱਖ ਸਤਿਗੁਰ ਦੇ ਦਰਸ਼ਨਾਂ ਦੀ ਦਾਰੇ ਪ੍ਰਾਪਤ ਕਰ ਸਕਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਸਤਿਗੁਰ ਦੀ ਬਖਸ਼ਿਸ਼ ਤੋਂ ਵਾਂਝਾ ਨਹੀਂ ਰਹਿ ਸਕਦਾ। ਤਾਂ ਤੇ ਉਹ ਵਿਚਾਰੇ ਵੱਡੇ ਕਰਮਾਂ ਦੀ, ਉੱਤਮ ਕਰਮਾਂ ਦੀ ਨਿਸ਼ਾਨੀ ਹੈ। ਨਹੀਂ ਤੇ ਮਨੁੱਖ ਫਾਨੀ ਸੰਸਾਰ ਦੇ ਵਿੱਚ, ਆਪਣੇ ਸੰਸਾਰ ਝਮੇਲਿਆਂ ਦੇ ਵਿੱਚ ਇਹੋ ਜਿਹਾ ਗਲਤਾਨ ਹੋਇਆ, ਇਹੋ ਜਿਹਾ ਫਸਿਆ ਕਿ ਕਿਹਦੇ ਕੋਲ, ਮਨੁੱਖ ਕੋਲ ਕੰਮ ਇਦਾਂ ਦਾ ਸਮਾਂ ਇਹ ਕੰਮ ਤਿਆਗ ਕੇ, ਕੰਮ ਛੱਡ ਕੇ ਸਤਿਗੁਰ ਦੀ ਪ੍ਰਾਪਤੀ ਕਰ ਲਵੇ, ਸਤਿਗੁਰ ਦੇ ਦਰਸ਼ਨ ਕਰ ਲਵੇ, ਗੁਰੂ ਸਤਿਗੁਰ ਦੀ ਹਜ਼ੂਰੀ ਵਿੱਚ ਬਹਿ ਜਾਵੇ। ਕਿਹਦੇ ਕੋਲ ਸਮਾਂ, ਭਾਵ ਕਿਸੇ ਕੋਲ ਨਹੀਂ। ਹੁਣ ਸਤਿਗੁਰ ਜੀ ਦੇ ਕਹਿੰਦੇ ਹੋ ਭਲੇ ਹੋ, ਜਿਹੜੀ ਸਤਿਗੁਰ ਦੀ ਸੰਗਤ ਕਰਨੀ, ਸਤਿਗੁਰ ਦੀ ਉਸਤਤ ਕਰਨੀ, ਸਤਿਗੁਰ ਦੀ ਬਾਣੀ ਪੜ੍ਹਨੀ, ਸੁਣਨੀ, ਇਹ ਬਹੁਤਾ ਸਮਾਂ ਨਹੀਂ, ਥੋੜਾ ਸਮਾਂ ਕੱਢ ਕੇ ਪ੍ਰਾਪਤ ਕਰ ਲੋ, ਆਨੰਦਦਾਇਕ ਹੈ, ਲਾਭਦਾਇਕ ਹੈ। ਜਿਵੇਂ ਭਗਤ ਜੀ ਫਰਮਾਉਂਦੇ, ਕਹਿੰਦੇ ਭਗਤ ਕਬੀਰ ਜੀ ਕਹਿੰਦੇ, ਕਬੀਰ ਏਕ ਘਰੀ ਆਦੀ ਕਰੀ ਆਦੀ ਹੂੰ ਤੇ ਆਦ, ਏਕ ਘੜੀ ਆਦੀ ਕਰੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਕਾਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਪ੍ਰਮਾਤਮਾ ਨੇ ਹਦਾਇਤ ਦਿੱਤੀ ਮਨੁੱਖ ਨੂੰ ਕਿ ਇੱਕ ਘੜੀ ਮਨੁੱਖ ਸਿਮਰਨ ਕਰ ਲਵੇ, ਬੰਦਗੀ ਕਰ ਲਵੇ, ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਕਾਫੀ ਲੰਬੇ ਸਮੇਂ ਬਤੀਤ ਹੋ ਜਾਂਦੇ ਸਨ, ਕਈ ਸਾਲ, ਕਈ ਏਦਾਂ ਪੀੜ੍ਹੀਆਂ ਬਤੀਤ ਹੋ ਜਾਂਦੀਆਂ ਸਨ ਸਿਮਰਨ ਕਰਦੇ ਆ, ਬੰਦਗੀ ਕਰਦੇ ਆ, ਉਹ ਫੇਰ ਵੀ ਜਾ ਕੇ ਕਦੇ ਕਬੂਲ ਹੋਵੇਗੀ ਨਹੀਂ ਹੋਵੇਗੀ ਪਤਾ ਨਹੀਂ ਸੀ, ਕਿੰਨਾ ਲੰਮਾ ਸਮਾਂ ਪ੍ਰਾਪਤ ਹੋਵੇਗਾ। ਪਰ ਕਲਯੁਗ ਦੇ ਵਿੱਚ, ਇਸ ਭਿਆਨਕ ਦੌਰ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਇੰਨੀ ਕੁ ਛੋਟ ਦਿੱਤੀ, ਇੱਕ ਘੜੀ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਸਤਿਗੁਰੂ ਜੀ ਕਹਿੰਦੇ ਭਲਿਓ, ਜੇਕਰ ਬਹੁਤੀ ਲਾਈਵ ਬੀਜੀ ਹੈ ਤੇ ਅੱਧੀ ਘੜੀ ਸਿਮਰਨ ਕਰ ਲਿਓ, ਵੀ ਲਾਭਦਾਇਕ ਹੋਵੇਗਾ। ਜੇ ਅੱਧੀ ਘੜੀ ਸਿਮਰਨ ਨਹੀਂ ਕਰ ਸਕਦੇ, ਆਦੀ ਹੂੰ ਤੇ ਆਦ, ਤੀਜਾ ਹਿੱਸਾ ਦੱਸ ਦਿੱਤਾ। ਇਸ ਕਰਕੇ ਜਿਹੜਾ ਮਨੁੱਖ ਅੱਧੀ ਤੋਂ ਅੱਧੀ ਘੜੀ ਵੀ ਸਿਮਰਨ ਕਰੇਗਾ, ਗੁਰਬਾਣੀ ਕਹਿੰਦੀ ਜੋ ਕੀਨੋ ਸੋ ਲਾਭ, ਜਿਹੜਾ ਕਰੋਗੇ ਉਹ ਲਾਭਦਾਇਕ ਹੋਵੇਗਾ। ਸਤਿਗੁਰ ਦੀ ਸੰਗਤ ਕਰਾਂਗੇ, ਸਤਿਗੁਰ ਦਾ ਸਿਮਰਨ ਕਰਾਂਗੇ, ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਜੁੜਾਂਗੇ, ਉਹ ਲਾਭਦਾਇਕ ਹੋਵੇਗਾ, ਹਾਨੀਕਾਰਕ ਨਹੀਂ। ਇਸ ਕਰਕੇ ਉਸ ਜਿਹੜੇ ਸਾਧੂ ਨੇ ਆਪਣੇ ਮਨ ਨੂੰ ਪ੍ਰੇਰਿਤ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਮਨ ਦੇ ਵਿੱਚ ਚਾਹਤ ਪ੍ਰਾਪਤ ਕੀਤੀ, ਉਹ ਮਨਾ ਚਲੋ ਚੱਲ ਕੇ ਦਰਸ਼ਨ ਕਰ ਲਈਏ। ਕੀ ਪਤਾ ਕਦੋਂ ਸਰੀਰ ਵਿੱਚੋਂ ਜੀਵ ਆਤਮਾ ਉੱਡ ਜਾਣੀ, ਸਵਾਸਾਂ ਰੂਪੀ ਪੂੰਜੀ ਖਤਮ ਹੋ ਜਾਣੀ, ਕਦੋਂ ਕਿੱਦਾਂ ਦੀ ਭਾਗੀ ਵਰਤੇਗੀ ਕੋਈ ਪਤਾ ਨਹੀਂ। ਉਹ ਮਨਾ ਚੱਲ ਕੇ ਦਰਸ਼ਨ ਕਰ ਲਾ ਗੁਰੂ ਸਾਹਿਬ ਜੀ ਦੇ। ਏਦਾਂ ਉਹ ਸਾਧੂ ਨੇ ਆਪਣੇ ਆਪ ਨੂੰ ਪ੍ਰੇਰਿਤ ਕੀਤਾ। ਸਤਿਗੁਰ ਜੀ ਅੱਜ ਦਰਸ਼ਨ ਦੀਦਾਰੇ ਪ੍ਰਦਾਨ ਕਰਨ ਵਾਸਤੇ, ਸਤਿਗੁਰ ਜੀ ਕਿਰਪਾ ਕਰਨ ਵਾਸਤੇ ਇਸ ਨਗਰ ਵਿਖੇ ਚੱਲ ਕੇ ਆਏ ਨੇ। ਉਸ ਵਕਤ ਸਤਿਗੁਰ ਜੀ ਸਭਾ ਦੇ ਵਿੱਚ ਵਿਰਾਜਮਾਨ ਸਨ, ਸੋਵ ਰਹੇ ਸਨ। ਮਨ ਨੂੰ ਸ਼ਿੰਗਾਰ ਕਰਕੇ ਕੁਬੇਰ ਬੈਠਾ ਹੋਵੇ, ਬਹੁਤ ਬਜ਼ੁਰਗ ਦੂਰ ਤੋਂ ਹੀ ਕਹਿੰਦੇ ਗੁਰੂ ਜੀ ਦੇ ਦਰਸ਼ਨ ਕਰਕੇ ਪ੍ਰੇਮ ਦੇ ਨਾਲ ਪ੍ਰਫੁੱਲਤ ਹੋ ਰਹੇ ਸਨ।
ਮਾਨੋ ਅਮਲ ਖਾਣ ਨਾਲ ਅਮਰੀ ਝੂਲ ਰਿਹਾ ਹੋਵੇ, ਇਦਾਂ ਪ੍ਰਤੀਤ ਹੁੰਦਾ ਸੀ। ਇਦਾਂ ਦੀ ਵਿਚਾਰ ਪ੍ਰਾਪਤ ਹੋ ਰਹੀ ਸੀ। ਹਿਰਦੇ ਵਿੱਚ ਆਨੰਦ ਨਾਲ ਵੱਡੀ ਉਮੰਗ ਭਰੀ ਪਈ ਸੀ। ਸਾਧੂ ਤੇ ਤਨ ਸਹਿਤ ਕਹਿੰਦੇ ਪ੍ਰਸੰਨਮਈ ਹੋ ਗਿਆ ਤੇ ਮਸੀ ਮਸੀ ਸਤਿਗੁਰ ਦੇ ਪੈਰਾਂ ਨੂੰ ਅੱਗੇ ਹੋ ਕੇ ਛੂਹਣਾ ਚਾਹੁੰਦਾ ਸੀ, ਪ੍ਰਾਪਤ ਕਰਨਾ, ਸਪਰਸ਼ ਕਰਨਾ ਚਾਹੁੰਦਾ ਸੀ। ਤੇ ਅੱਗੋਂ ਆਪਣੀ ਜਿਹੜੀ ਅਵਸਥਾ ਵਿਰਧ ਹੈ, ਬਜ਼ੁਰਗ ਹੈ, ਹੌਲੀ ਹੌਲੀ ਕਦਮ ਆਪ ਪੁੱਟਦਾ ਪੁੱਟਦਾ ਸਤਿਗੁਰ ਦੇ ਸਨਮੁਖ ਅੱਗੇ ਡੱਗ ਮੰਗਾ ਰਿਹਾ ਸੀ, ਤੁਰਦਿਆ ਜਾਂਦਾ ਸੀ, ਡੋਲਦਾ ਸੀ ਤੇ ਨੈਣ ਚਲਦੇ ਦੇ ਭਾਵ ਅਥਰੂ ਵਗਦੇ ਸਨ ਆਪਣੇ ਆਪ। ਕਿਉਂਕਿ ਜਦੋਂ ਬਿਰਧ ਅਵਸਥਾ ਹੋ ਜਾਂਦੀ ਨਾ ਮਨੁੱਖ ਦੇ ਸਰੀਰ ਦਾ ਇਦਾਂ ਦਾ ਵਿਚਾਰ ਹੋ ਜਾਂਦਾ, ਇਦਾਂ ਦਾ ਹਸ਼ਰ ਹੋ ਜਾਂਦਾ ਹੈ। ਉਸ ਵਕਤ ਦਰਸ਼ਨ ਕਰਕੇ ਬੰਦਨਾ ਵਾਸਤੇ ਦੂਰ ਹੀ ਰਿਹਾ ਤੇ ਮਨ ਦੇ ਵਿੱਚ ਆਸ ਹੈ ਕਿ ਸਤਿਗੁਰ ਦੇ ਚਰਨ ਪਰਸਾਂ, ਸਤਿਗੁਰ ਦੇ ਚਰਨਾਂ ਨੂੰ ਸਪਰਸ਼ ਕਰਾਂ, ਪਰ ਵਿਰਧ ਅਵਸਥਾ ਇਜਾਜ਼ਤ ਨਹੀਂ ਸੀ ਦੇ ਰਹੀ। ਫਿਰ ਧਰਤੀ ਉੱਪਰ ਡਿੱਗ ਪਿਆ, ਜਿਵੇਂ ਕਿਸੇ ਪੈਰ ਫੜ ਲਿਆ ਹੋਵੇ ਉਹਦਾ ਦੂਰ ਤੋਂ ਹੀ ਉਹ ਡਿੱਗ ਪਿਆ, ਬੇਬਸ ਹੋ ਕੇ ਧਰਤੀ ਤੇ ਡਿੱਗ ਪਿਆ। ਗੁਰੂ ਜੀ ਨੇ ਉਸ ਪ੍ਰੇਮ ਦੀ ਬਹੁਤਾਤ ਚਾਹਤ ਮਨ ਵਿੱਚ ਵੇਖੀ ਉਹਦੀ। ਸਤਿਗੁਰ ਜੀ ਜਾਣੀ ਜਾਣਦੇ, ਉਸ ਸਮੇਂ ਉਹ ਤੁਰੰਤ ਉੱਠ ਪਏ, ਉਸ ਨੂੰ ਬਾਜੂ ਤੋਂ ਫੜ ਕੇ ਤੁਰੰਤ ਉਠਾਇਆ ਤੇ ਵੱਡਾ ਪ੍ਰੇਮ ਜਾਣ ਕੇ ਆਪਣੇ ਗਲ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਾਧੂ ਨੂੰ ਲਾਇਆ। ਫਿਰ ਸਭਾ ਦੇ ਵਿੱਚ ਲਿਆ ਕੇ ਆਪਣੇ ਪਾਸ ਬਿਠਾ ਲਿਆ ਤੇ ਬੜਾ ਆਦਰ ਮਾਣ ਪ੍ਰਦਾਨ ਕੀਤਾ। ਗੁਰੂ ਸਤਿਗੁਰੂ ਜੀ ਨੇ ਮਿੱਠੇ ਬਚਨ ਉਚਾਰਨ ਕੀਤੇ ਨੇ। ਉਸ ਵਕਤ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਲੱਗਾ, ਸਤਿਗੁਰ ਜੀ ਕੀ ਆਪ ਦਾ ਸਰੀਰ ਰਾਜੀ ਬਾਜੀ ਹੈ, ਹਿਰਦੇ ਵਿੱਚ ਪ੍ਰੇਮ ਭਗਤੀ ਦ੍ਰਿੜ ਕੀਤੀ ਹੈ, ਕਾਮ ਕ੍ਰੋਧ ਆਦ ਜਿਹੜੇ ਵਿਕਾਰ ਨੇ ਉਹ ਦੁਖਦਾਇਕ ਦੂਰ ਹੋ ਗਏ ਨੇ ਜਾਂ ਨਹੀਂ। ਇਦਾਂ ਸਤਿਗੁਰ ਦੇ ਸਨਮੁਖ ਵਿਚਾਰ ਦੇ ਨਾਲ, ਭਾਵਨਾ ਦੇ ਨਾਲ ਬੈਠਾ ਤੇ ਸਤਿਗੁਰ ਜੀ ਨੂੰ ਪੁੱਛ ਲਿਆ ਤੇ ਸਤਿਗੁਰ ਜੀ ਉਹਨੂੰ ਪੁੱਛਦੇ ਨੇ, ਉਹ ਸਤਿਗੁਰ ਜੀ ਨੂੰ ਪੁੱਛਦਾ। ਉਸਨੇ ਕਾਫੀ ਸਮੇਂ ਬਾਅਦ ਧੀਰਜ ਧਾਰਨ ਕੀਤਾ ਤੇ ਚੰਗੀ ਤਰ੍ਹਾਂ ਸਤਿਗੁਰ ਦੇ ਮੁਖ ਦੀ ਆਵਾ ਦੇਖੀ ਹੈ, ਦਰਸ਼ਨ ਪ੍ਰਾਪਤ ਕੀਤੇ ਨੇ। ਫਿਰ ਹੱਥ ਜੋੜ ਕੇ ਬੋਲਿਆ, ਸੁਆਮੀ ਜੀ ਸੁਣੋ, ਮੈਂ ਸਭ ਕੁਝ ਜਾਣਦਾ ਹਾਂ ਕਿ ਤੁਸੀਂ ਅੰਤਰਜਾਮੀ ਹੋ। ਮੈਨੂੰ ਪਤਾ ਕਿ ਤੁਸੀਂ ਬਖਸ਼ਿਸ਼ ਰਹਿਮਤ ਦੇ ਮਾਲਕ ਹੋ। ਉਸਨੇ ਕਾਫੀ ਸਮੇਂ ਦੀ ਵਿਚਾਰ ਪ੍ਰਾਪਤ ਕੀਤੀ, ਮੈਂ ਸਭ ਕੁਝ ਜਾਣਦਾ, ਤੁਸੀਂ ਅੰਤਰਜਾਮੀ ਆਪ ਜੀ ਦੀ ਜੇ ਸੁਪਰ ਕਿਰਪਾ ਹੁੰਦੀ ਹੈ। ਉਹ ਕਹਿੰਦੇ ਮੂਰਖ ਵੀ ਬੇਕਾਰ ਦੀ ਹਉਮੈ ਭਾਵ ਗਵਾ ਲੈਂਦਾ, ਉਹ ਹਉਮੈ ਨੂੰ ਛੱਡ ਦਿੰਦਾ। ਜਦ ਤੱਕ ਤਨ ਦਾ ਹੰਕਾਰ ਜ਼ਿਆਦਾ ਹੋਵੇ ਤਦ ਤੱਕ ਕਾਮ ਕ੍ਰੋਧ ਦੂਰ ਨਹੀਂ ਹੁੰਦੇ। ਜਿਸ ਮਨੁੱਖ ਨੂੰ ਆਪਣੇ ਤਨ ਦਾ ਮਾਣ ਹੈ, ਹੰਕਾਰ ਹੈ, ਉਹ ਮਨੁੱਖ ਦੇ ਤਨ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਦਾਚਿਤ ਦੂਰ ਨਹੀਂ ਹੁੰਦੇ। ਸਤਿਗੁਰ ਜੀ ਆਪ ਜੀ ਦੀ ਕਿਰਪਾ ਵਰਤੇ, ਆਪ ਜੀ ਦੀ ਬਖਸ਼ਿਸ਼ ਰਹਿਮਤ ਵਰਤ ਜਾਵੇ ਤੇ ਮਨ ਨੂੰ ਇਹ ਪ੍ਰੇਰਿਤ ਆਖੇ ਕਰੇ ਕਿ ਮਨਾ ਇਸ ਸਵਾਸਾਂ ਦਾ, ਇਸ ਸਰੀਰ ਦਾ, ਇਸ ਜਿਹੜੀ ਮਿੱਟੀ ਦੀ ਕਾਇਆ ਦਾ ਕੋਈ ਪਤਾ ਨਹੀਂ, ਪੰਜ ਭੂਤਕ ਸਰੀਰ ਦਾ ਕੋਈ ਪਤਾ ਨਹੀਂ, ਕੋਈ ਵਿਸ਼ਵਾਸਾ ਨਹੀਂ ਹੈ। ਕਿਆ ਬਸਾਸਾ ਇਸ ਭਾਂਡੇ ਕਾ ਇਤਨਾ ਕੋ ਲਾਗੈ ਠਨਕਾ। ਕਹਿੰਦੇ ਕੋਈ ਵਿਸ਼ਵਾਸ ਨਹੀਂ ਇਸ ਮਿੱਟੀ ਦੇ ਭਾਂਡੇ ਦਾ, ਬਸ ਇਤਨਾ ਠਨਕਾ ਜਿਹਾ ਲੱਗਣਾ, ਇੱਕ ਠੋਕਰ ਦੀ ਲੱਗਣੀ, ਮੌਤ ਰੂਪੀ ਠੋਕਰ, ਕਦੋਂ ਟੁੱਟ ਜਾਣਾ ਕੋਈ ਪਤਾ ਨਹੀਂ, ਕੋਈ ਵਿਸ਼ਵਾਸ ਨਹੀਂ, ਯਕੀਨ ਨਹੀਂ। ਹੁਣ ਜਿਹੜਾ ਮਨੁੱਖ ਇਦਾਂ ਦਾ ਗਿਆਨ ਰੱਖਦਾ ਏ, ਉਹ ਮਨੁੱਖ ਨੂੰ ਆਪਣੇ ਸਰੀਰ ਦੇ ਉੱਤੇ ਕਦਾਚਿਤ ਮਾਣ ਹੰਕਾਰ ਨਹੀਂ ਹੁੰਦਾ, ਤੇ ਜਿਹਨੂੰ ਮਾਣ ਹੰਕਾਰ ਨਹੀਂ ਹੁੰਦਾ ਉਹਦੇ ਸਰੀਰ ਦੇ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ
ਕਦਾਚਿਤ ਕਿਸੇ ਪ੍ਰਕਾਰ ਭਾਰੂ ਨਹੀਂ ਪੈਂਦੇ, ਹਾਵੀ ਨਹੀਂ ਹੁੰਦੇ। ਸਤਿਗੁਰ ਦੀ ਕਿਰਪਾ ਰਹਿਮਤ ਹੁੰਦੀ ਹੈ। ਇਸ ਕਰਕੇ ਉਹ ਸਾਧੂ ਸਤਿਗੁਰ ਦੇ ਚਰਨਾਂ ਦੇ ਵਿੱਚ ਇਦਾਂ ਬੇਨਤੀ ਅਰਦਾਸ ਜੋਦੜੀ ਕਰਨ ਲੱਗ ਪਿਆ। ਇਦਾਂ ਆਪਸ ਦੇ ਵਿੱਚ ਬਚਨ ਵਿਲਾਸ ਚੱਲ ਪਏ ਨੇ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਕਥਾ ਵਿਚਾਰ ਦਾ ਜੋ ਸਮਾਏ ਉਹ ਸਮਾਪਤ ਹੋ ਚੁੱਕਿਆ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਤਿਗੁਰ ਜੀ ਬਖਸ਼ਿਸ਼ ਰਹਿਮਤ ਕਰਦੇ ਉਹ ਸਾਧੂ ਔਰ ਸਤਿਗੁਰ ਜੀ ਆਪਸ ਦੇ ਵਿੱਚ ਕਿਵੇਂ ਕਿਵੇਂ ਹੋਰ ਵਿਚਾਰਾਂ ਕਰਦੇ ਨੇ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰ ਜੀ ਕਿਰਪਾ ਕਰਦੇ ਨੇ।